ਵਾਹਿਗੁਰੂ ਜੀ ਤਾਂ ਆਪਾਂ ਨੂੰ ਰੋਜ਼ ਹੀ ਬਹੁਤ ਕੁਝ ਦੱਸ ਰਿਹਾ ਹੈ। ਕਿਸ ਤਰ੍ਹਾਂ ਜੀਵਨ ਜਾਂਚ ਹੈ, ਕਿਸ ਤਰ੍ਹਾਂ ਵਾਹਿਗੁਰੂ ਜੀ ਕੋਲ ਸੱਚਖੰਡ ਜਾਣ ਦਾ ਰਸਤਾ। ਨੇ ਇੰਨੀ ਮਿਹਰ ਕੀਤੀ ਆ ਇਸ ਪਰਿਵਾਰ ਤੇ, ਇਹ ਜ਼ੂਮ ਦੀ ਸੰਗਤ ਮਿਲਾਈ, ਸਾਰੇ ਪਾਸੇ ਸਾਰੇ ਸਿਸਟਮ ਦਾ ਪਤਾ ਸੀ, ਸਭ ਪਾਸੇ ਸੁਣੀਆਂ, ਕਥਾ ਵੀ ਸੁਣੀਆਂ, ਸਭ ਕੁਝ ਹੋਇਆ, ਸਭ ਕੁਝ ਦੇਖਿਆ, ਸੁਣਦੇ ਵੀ ਆ। ਪਰ ਜਦੋਂ ਦੀ ਜ਼ੂਮ ਦੀ ਸੰਗਤ ਮਿਲੀ ਆ, ਵਾਹਿਗੁਰੂ ਜੀ ਆਪ ਹੀ ਮਿਲ ਗਏ, ਆਪ ਹੀ ਮਿਲ ਗਏ। ਇਸ ਤੋਂ ਵੱਧ ਕੋਈ ਲਫ਼ਜ਼ ਨਹੀਂ ਹੈ। ਬਿਲਕੁਲ ਸੱਚੀ ਸੰਗਤ ਹੈ, ਕੋਈ ਭਟਕਾਉਂਦੇ ਨਹੀਂ ਕਿਸੇ ਪਾਸੇ। ਕੋਈ ਆਪਾਂ ਗਲਤ ਇੱਥੇ ਕੋਈ ਵੀ ਆ ਕੇ ਥੋੜਾ ਜਿਹਾ ਵੀ ਕੋਈ ਹਲਕੀ ਜਿਹੀ ਮਿਸਟੇਕ ਨਾਲ ਵੀ ਗਲਤ ਬੋਲ ਜਾਂਦਾ ਤੇ ਨਾਲ ਦੀ ਨਾਲ ਵਾਹਿਗੁਰੂ ਜੀ ਦੇ ਪਿਆਰੇ ਉਹਨੂੰ ਸਿੱਧਾ ਰਸਤਾ ਦਿਖਾਉਣ ਵਾਸਤੇ ਆ ਜਾਂਦੇ ਆ, ਦੱਸਦੇ ਆ ਸਹੀ ਮਾਰਗ ਕੀ ਆ। ਤੇ ਸਾਨੂੰ ਬਹੁਤ ਹੀ ਸੋਹਣੀ ਸੰਗਤ ਮਿਲੀ ਆ। ਵਾਹਿਗੁਰੂ ਜੀ ਨੇ ਬੜੇ ਹੀ ਸੋਹਣੇ ਕਿਵੇਂ ਕਿਰਪਾ ਕਰਕੇ ਤਰੁੱਠੇ ਨੇ ਸੱਚੇ ਪਾਤਸ਼ਾਹ। ਆਨਲਾਈਨ ਕਿਤੇ ਘਰਾਂ 'ਚ ਬੈਠੇ ਕੰਮ ਧੰਦੇ ਕਰਦੇ, ਵਾਹਿਗੁਰੂ ਜੀ ਸਾਨੂੰ ਸੱਚੇ ਮਾਰਗ ਤੇ ਚਲਾ ਰਹੇ ਨੇ। ਤੇ ਘਬਰਾਉਣ ਦੀ ਲੋੜ ਨਹੀਂ ਹੁੰਦੀ। ਬਥੇਰੇ ਪਰਿਵਾਰਾਂ ਦੇ ਵਿੱਚ ਹੁੰਦੇ ਨੇ ਮੈਂਬਰ, ਤੋੜਨ ਵਾਲੇ ਵੀ ਹੁੰਦੇ ਨੇ, ਕਿੱਧਰ ਲੱਗੇ ਹੋਏ ਨੇ, ਇਹ ਕਿਸੇ ਪਾਸੇ ਲੱਗੇ ਹੋਏ ਨੇ। ਇਸ ਤਰ੍ਹਾਂ ਉਸ ਵੇਲੇ ਕਈ ਵਾਰ ਜਾਪਦਾ ਹੁੰਦਾ ਕੋਈ ਅਸੀਂ ਜਿਵੇਂ ਦੇਹਧਾਰੀ ਗੁਰੂ ਨੂੰ ਅਪਣਾ ਲਿਆ ਹੁੰਦਾ। ਕਈ ਵਾਰੀ ਮਨ ਨੂੰ ਝੋਟ ਵੀ ਲੱਗਦੀ ਹੈ ਵੀ ਵਾਹਿਗੁਰੂ ਜੀ ਸਾਨੂੰ ਸਮਝਾਇਆ ਤੁਸੀਂ, ਉਹਨਾਂ ਨੂੰ ਵੀ ਸਮਝਾ ਦਿਓ। ਉਹਨਾਂ ਨੂੰ ਸਮਝਾਉਣ ਦੇ ਵਿੱਚ ਤੁਹਾਨੂੰ ਤਾਂ ਇੱਕ ਪਲ ਵੀ ਨਹੀਂ ਲੱਗਣਾ। ਪਰ ਇੱਕ ਵਾਹਿਗੁਰੂ ਜੀ ਦੀ ਇੱਛਾ ਹੈ, ਵਾਹਿਗੁਰੂ ਜੀ ਦੀ ਮਰਜ਼ੀ ਹੈ। ਵਾਹਿਗੁਰੂ ਜੀ ਦੀ ਮਰਜ਼ੀ ਤੋਂ ਬਿਨਾਂ ਕੋਈ ਵੀ ਇਸ ਪਾਸੇ ਨਹੀਂ ਆ ਸਕਦਾ। ਜ਼ੂਮ ਦੀ ਸੰਗਤ ਤੇ ਵਾਹਿਗੁਰੂ ਜੀ ਦੀ ਬੜੀ ਹੀ ਕਿਰਪਾ, ਬਹੁਤ ਕਿਰਪਾ ਹੈ, ਜੋ ਸਾਨੂੰ ਸਹੀ ਜੀਵਨ ਜਾਂਚ ਦੱਸ ਰਹੇ ਨੇ ਕਿ ਇੱਕ ਇੱਕ ਮਿੰਟ ਸਾਡਾ ਕਿੰਨਾ ਕੀਮਤੀ ਹੈ। ਕਿਸੇ ਦੀਆਂ ਗੱਲਾਂ ਵੱਲ ਨਾ ਧਿਆਨ ਦਿੰਦੇ ਹੋਏ ਅਸੀਂ ਆਪਣੇ ਉਸ ਮਾਰਗ ਤੇ ਚੁੱਪ ਕਰਕੇ ਸਹਿਜ ਨਾਲ ਚਲਦੇ ਹੀ ਜਾਈਏ, ਚਲਦੇ ਹੀ ਜਾਈਏ, ਚਲਦੇ ਹੀ ਜਾਈਏ ਤੇ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਕੌਣ ਜਾਣੇ ਇਹਨਾਂ ਬਖਸ਼ਿਸ਼ਾਂ ਨੂੰ, ਜਿਹਨੂੰ ਵਾਹਿਗੁਰੂ ਜੀ ਦਿੰਦਾ, ਸੱਚੇ ਪਾਤਸ਼ਾਹ ਜੀ ਦਿੰਦੇ ਨੇ ਬਖਸ਼ਿਸ਼ਾਂ। ਵਾਹਿਗੁਰੂ ਜੀ ਉਹੀ ਜਾਣਦਾ। ਸਾਡੀ ਇੰਨੀ ਪਿਆਰੀ ਸੰਗਤ ਹੈ, ਇੰਨੀ ਸੋਹਣੀ ਸੰਗਤ ਹੈ, ਬਖਸ਼ਿਸ਼ਾਂ ਵਾਲੀ ਸੰਗਤ ਹੈ। ਵਾਹਿਗੁਰੂ ਜੀ ਨੇ ਬੜੇ ਦਿਨਾਂ ਤੋਂ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਬਾਹਰ ਬੋਰਡ ਤੇ ਹੁਕਮਨਾਮਾ ਲਿਖਦੇ ਆ, ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਤੁਸੀਂ ਸੱਚ ਜਾਣਿਓ ਸੰਗਤ ਜੀ, ਮੇਰੀ ਕਾਪੀ ਤੇ ਹੈਂਡਰਾਈਟਿੰਗ ਦੇਖ ਲਿਓ। ਮੇਰੀ ਹੈਂਡਰਾਈਟਿੰਗ ਗੰਦੀ ਹੈ, ਇੰਨੀ ਸੋਹਣੀ ਹੈਂਡਰਾਈਟਿੰਗ ਨਹੀਂ ਹੈ। ਬਟ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਬੋਰਡ ਤੇ ਲਿਖਣ ਦੀ। ਉੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਹਿੰਦੇ, ਜੋ ਪਹਿਲਾਂ ਭਾਈ ਸਾਹਿਬ ਲਿਖਦੇ ਸੀ, ਕਹਿੰਦੇ ਉਹ ਨਹੀਂ ਆ ਰਹੇ, ਬੀਬਾ ਜੀ ਤੁਸੀਂ ਲਿਖ ਲਓ। ਮੈਂ ਬੜੀ ਹੈਰਾਨ ਹੋਈ। ਮੈਂ ਕਿਹਾ ਵੀ ਮੈਂ ਬਾਬਾ ਜੀ ਕਦੀ ਲਿਖਿਆ ਨਹੀਂ ਹੈ ਬੋਰਡ ਤੇ। ਚਲੋ ਕਲਾਸਿਸ 'ਚ ਪੜ੍ਹਾਉਂਦੇ ਸੀ, ਉਹ ਇੱਕ ਅਲੱਗ ਗੱਲ ਹੈ। ਇੱਥੇ ਮੈਂ ਹੁਕਮਨਾਮਾ ਕਦੀ ਨਹੀਂ ਲਿਖਿਆ ਬੋਰਡ ਤੇ। ਤੇ ਤੁਸੀਂ ਸੱਚ ਜਾਣਿਓ ਵਾਹਿਗੁਰੂ ਜੀ, ਪਤਾ ਨਹੀਂ ਉਹ ਕਿਵੇਂ ਲਿਖਾ ਦਿੰਦੇ ਨੇ ਵਾਹਿਗੁਰੂ ਜੀ। ਮੈਨੇ ਕਦੇ ਗੁਰਬਾਣੀ ਦੇ ਅਰਥ ਨਹੀਂ ਸੀ ਪੜ੍ਹੇ, ਬਹੁਤ ਘੱਟ ਪੜ੍ਹੇ ਸੀਗੇ। ਤੇ ਪਤਾ ਨਹੀਂ ਉਹ ਅਰਥ ਕਿਵੇਂ ਲਿਖਾ ਦਿੰਦੇ ਨੇ, ਆਪ ਹੀ ਤਰੁੱਟ ਕੇ ਵਾਹਿਗੁਰੂ ਜੀ। ਮੈਂ ਬਾਅਦ ਚੋਂ ਜਦੋਂ ਸ਼ਾਮ ਨੂੰ ਫੇਰ ਜਾਂਦੀ ਹਾਂ ਗੁਰਦੁਆਰਾ ਸਾਹਿਬ, ਮੈਂ ਉਹਨਾਂ ਨੂੰ ਫੇਰ ਰੀਡ ਕਰਦੀ ਹਾਂ। ਵਾਹਿਗੁਰੂ ਜੀ ਤੁਸੀਂ ਲਿਖਵਾਇਆ, ਤੁਸੀਂ ਆਪ ਵਰਤੇ, ਰੋਜ਼ ਵਰਤਦੇ ਨੇ ਵਾਹਿਗੁਰੂ ਜੀ। ਹਰ ਵੇਲੇ ਕੋਲ ਰਹਿੰਦੇ ਨੇ, ਹਰ ਵੇਲੇ। ਕਿਸੇ ਟਾਈਮ ਭੁਲੇਖਾ ਵੀ ਪੈ ਜਾਂਦਾ ਵਾਹਿਗੁਰੂ ਜੀ ਨਹੀਂ ਤੁਸੀਂ, ਆਵਾਜ਼ ਆ ਜਾਂਦੀ ਹੈ ਕਈ ਵਾਰੀ, ਮਾਇਆ ਢਾਹ ਲੈਂਦੀ ਹੈ ਵੀ ਨਹੀਂ ਉੱਠਿਆ ਜਾਂਦਾ ਸਵੇਰੇ। ਵਾਹਿਗੁਰੂ ਜੀ ਕਹਿੰਦੇ ਉੱਠ ਪੁੱਤਰ, ਅਜੇ ਹੁਕਮਨਾਮਾ ਨਹੀਂ ਲਿਖਣਾ, ਚੱਲ। ਮੈਂ ਕਿਹਾ ਸ਼ਾਇਦ ਐਵੇਂ ਹੀ ਆਵਾਜ਼ ਆ ਰਹੀ ਹੈ, ਪਰ ਨਹੀਂ। ਜਦੋਂ ਅੱਗੇ ਗਈ ਉਹ ਭਾਈ ਸਾਹਿਬ ਨਹੀਂ ਆਏ ਮੇਰੇ, ਵਾਹਿਗੁਰੂ ਜੀ ਨੇ ਸੇਵਾ ਲਈ। ਇਸ ਕਰਕੇ ਘਬਰਾਉਣਾ ਨਹੀਂ ਹੈਗਾ। ਕੋਈ ਕੁਛ ਮਰਜ਼ੀ ਕਹੀ ਜਾਵੇ, ਆਪਣੀ ਇਹ ਰੋਜ਼ਾਨਾ ਦੀ ਜਿਹੜੀ ਕਥਾ ਆਉਂਦੀ ਆ, ਵਿਚਾਰ ਆਉਂਦੇ ਆ, ਇਹ ਸੁਣਨ ਦੇ ਨਾਲ ਪਾਵਰ ਮਿਲਦੀ ਹੈ। ਇਹ ਸੁਣਦੇ ਰਹੋ, ਬਸ ਚਲਦੇ ਰਹੋ, ਕਿਸੇ ਵੱਲ ਧਿਆਨ ਦੇਣ ਦੀ ਲੋੜ ਨਹੀਂ। ਜੇ ਵਾਹਿਗੁਰੂ ਜੀ ਨੂੰ ਮਿਲਣਾ ਤਾਂ ਚਲਦੇ ਰਹੋ, ਜੇ ਆਪਣੇ ਪਿਆਰੇ ਨੂੰ ਮਿਲਣਾ, ਜੇ ਕਲਗੀਆਂ ਵਾਲੇ ਨੂੰ ਮਿਲਣਾ, ਚਲਦੇ ਹੀ ਰਹੋ, ਚਲਦੇ ਹੀ ਰਹੋ, ਕਿਸੇ ਵੱਲ ਦੇਖਣ ਦੀ ਲੋੜ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।